हाँ जी प्यारे साथियों, सत श्री अकाल सारिਆਂ ਨੂੰ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ। ਤੇ ਅੱਜ ਜਿਹੜਾ ਆਪਾਂ ਸੀਡੀਪੀ ਦਾ ਟੌਪਿਕ ਕਰਨ ਜਾ ਰਹੇ ਆ, ਆਪਣਾ ਇਹ ਟੌਪਿਕ ਹੈਗਾ ਆ ਮੋਟੀਵੇਸ਼ਨ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਆ, ਕਿਉਂਕਿ ਜਦੋਂ ਅਸੀਂ ਮੋਟੀਵੇਸ਼ਨ ਦੀ ਗੱਲ ਕਰਦੇ ਆ ਤੇ ਮੋਟੀਵੇਸ਼ਨ ਦੇ ਵਿੱਚ ਸਾਨੂੰ ਅਲੱਗ-ਅਲੱਗ ਪ੍ਰਕਾਰ ਦੀਆਂ ਅੱਗੋਂ ਥਿਊਰੀਆਂ ਮਿਲਦੀਆਂ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ। ਠੀਕ ਆ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਮੋਟੀਵੇਸ਼ਨ ਸ਼ਬਦ ਦਾ ਬਰੀਕੀ ਦੇ ਨਾਲ ਪਤਾ ਹੋਣਾ ਚਾਹੀਦਾ। ਠੀਕ ਹੈ, ਇੱਕ ਮੋਟਿਨ ਸ਼ਬਦ ਆ। ਮੋਟਿਨ ਸ਼ਬਦ ਜਿਹੜਾ ਵਾ ਲੈਟਿਨ ਵਰਡ ਆ ਜਿਹਦਾ ਮਤਲਬ ਕੀ ਆ ਟੂ ਮੂਵ, ਮਤਲਬ ਜਾਂ ਕਹਿ ਲਓ ਵੀ ਗਤੀ ਕਰਨਾ, ਪੰਜਾਬੀ ਦੇ ਵਿੱਚ ਕੋਈ ਗਤੀ ਕਰਨਾ। ਮੋਟਿਨ ਲੈਟਿਨ ਭਾਸ਼ਾ ਦਾ ਸ਼ਬਦ ਆ। ਠੀਕ ਆ, ਤੇ ਜਿਹੜਾ ਮੋਟਿਵ ਆ ਉਹ ਇੰਗਲਿਸ਼ ਭਾਸ਼ਾ ਦਾ ਸ਼ਬਦ ਆ। ਮੋਟਿਵ ਮਤਲਬ ਨੀਡ, ਸਾਡੀ ਲੋੜ। ਠੀਕ ਆ, ਤੋ ਮੋਟਿਨ ਸ਼ਬਦ ਕਿਤੇ ਲਿਖਿਆ ਆ ਜੇ ਉਹ ਲੈਟਿਨ ਭਾਸ਼ਾ ਦਾ ਸ਼ਬਦ ਆ, ਪਰ ਜਦੋਂ ਮੋਟਿਵ ਲਿਖਿਆ ਆ ਜੇ ਉਹ ਇੰਗਲਿਸ਼ ਭਾਸ਼ਾ ਦਾ ਸ਼ਬਦ ਆ। ਇਸ ਨੂੰ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਹੈਗਾ ਆ ਪ੍ਰੇਰਨਾ ਇੱਕ ਅੰਦਰੂਨੀ ਸ਼ਕਤੀ ਹੈ ਜੋ ਉਹਨਾਂ ਦੇ ਉਤੇਜਕ ਦਾ ਨਤੀਜਾ ਹੈ ਜਿਸ ਦੁਆਰਾ ਬੱਚਾ ਨਿਸ਼ਚਿਤ ਵਿਵਹਾਰ ਦੀ ਦਿਸ਼ਾ ਵੱਲ ਕੁਝ ਕਿਰਿਆਸ਼ੀਲ ਅਤੇ ਨਿਯੰਤਰਣ ਹੁੰਦਾ ਹੈ। ਪ੍ਰੇਰਨਾ ਵਿਦਿਆਰਥੀਆਂ ਨੂੰ ਹਮੇਸ਼ਾ ਕਿਰਿਆਸ਼ੀਲ ਅਤੇ ਸਿੱਖਣ ਲਈ ਉਤਸੁਕ ਕਰਦੀ ਹੈ। ਇਸ ਲਈ BF ਸਕਿਨਰ ਪ੍ਰੇਰਨਾ ਨੂੰ ਸਿੱਖਣ ਦਾ ਰਾਜ ਮਾਰਗ ਦੱਸਦਾ ਹੈ। ਬਹੁਤ ਹੀ ਇੰਪੋਰਟੈਂਟ ਚੀਜ਼ ਹਾਈਲਾਈਟ ਆਪਾਂ ਇਹਨੂੰ ਕਰ ਲੈਂਦੇ ਆ। ਠੀਕ ਆ, BF ਸਕਿਨਰ। ਠੀਕ ਆ, ਪੁੱਛਿਆ ਜਾ ਸਕਦਾ ਕਿ BF ਸਕਿਨਰ ਮੋਟੀਵੇਸ਼ਨ ਬਾਰੇ ਕੀ ਕਹਿੰਦਾ। ਇਹ ਕਹਿੰਦਾ ਕਿ ਪ੍ਰੇਰਨਾ ਜਿਹੜੀ ਇੱਕ ਮੋਟੀਵੇਸ਼ਨ ਆ ਉਹ ਲਰਨਿੰਗ ਲਈ, ਠੀਕ ਆ, ਇੱਕ ਲਰਨਿੰਗ ਲਈ ਜਾਂ ਕੁਝ ਸਿੱਖਣ ਲਈ ਇੱਕ ਰਸਤਾ ਪ੍ਰਦਾਨ ਕਰਦੀ ਹੈ ਮੋਟੀਵੇਸ਼ਨ। ਠੀਕ ਆ, ਉਸ ਤੋਂ ਬਾਅਦ ਅੱਗੇ ਹੈਗਾ ਪ੍ਰੇਰਨਾ ਆਮ ਤੌਰ ਤੇ ਕਿਸੇ ਜ਼ਰੂਰਤ ਨਾਲ ਸ਼ੁਰੂ ਹੁੰਦੀ ਹੈ ਤੇ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਖਤਮ ਹੋ ਜਾਂਦੀ ਹੈ। ਪ੍ਰੇਰਨਾ ਇੱਕ ਵਿਅਕਤੀ ਦੇ ਵਿਚਾਰਾਂ ਤੇ ਇੱਛਾਵਾਂ ਦਾ ਨਤੀਜਾ ਹੈ। ਮਤਲਬ ਇਹ ਕਿ ਜਿਹੜੀ ਮੋਟੀਵੇਸ਼ਨ ਆ, ਮੰਨ ਲਓ ਕਿ ਮੈਨੂੰ ਹੁਣ ਇਹ ਆ ਕਿ ਮੈਂ ਅੰਦਰੋਂ ਮੋਟੀਵੇਟ ਆ ਕਿ ਮੈਂ ਟੀਚਰ ਬਣਨਾ, ਹਨਾ, ਜਾਂ ਤੁਸੀਂ ਕਹਿ ਲਓ ਵੀ ਮੈਂ ਜਿਵੇਂ ਸਰਕਾਰੀ ਟੀਚਰ ਬਣਨਾ, ਹਨਾ, ਤੇ ਤੁਸੀਂ ਉਹਦੇ ਲਈ ਬਹੁਤ ਰਾਤ ਪੜ੍ਹਦੇ ਹੋ ਕਿਉਂਕਿ ਤੁਸੀਂ ਅੰਦਰੋਂ ਮੋਟੀਵੇਟ ਹੋ, ਹਨਾ। ਤੇ ਜਦੋਂ ਤੁਹਾਡਾ ਉਹ ਟੀਚਾ ਪੂਰਾ ਹੋ ਗਿਆ ਉੱਥੇ ਜਾ ਕੇ ਤੁਹਾਡੀ ਮੋਟੀਵੇਸ਼ਨ ਖਤਮ ਹੋ ਜਾਊ ਕਿਉਂਕਿ ਤੁਸੀਂ ਜੋ ਪਾਉਣਾ ਚਾਹੁੰਦੇ ਹੋ ਤੁਹਾਨੂੰ ਮਿਲ ਗਿਆ। ਠੀਕ ਆ, ਕੁਝ ਡੈਫੀਨੇਸ਼ਨ ਆ। ਬਰਨਾਰਡ ਦੇ ਅਨੁਸਾਰ ਉਸ ਟੀਚੇ ਪ੍ਰਤੀ ਕਾਰਜ ਦੀ ਉਤੇਜਨਾ ਜਿਸ ਲਈ ਪਹਿਲਾਂ ਕੋਈ ਆਕਰਮਣ ਨਹੀਂ ਸੀ ਉਸ ਨੂੰ ਪ੍ਰੇਰਨਾ ਕਹਿੰਦੇ ਹਨ। ਕਹਿੰਦੇ ਉਹ ਟੀਚੇ ਪ੍ਰਾਪਤੀ ਲਈ ਕਾਰਜ ਜਿਹੜੇ ਟੀਚੇ ਪ੍ਰਾਪਤੀ ਲਈ ਪਹਿਲਾਂ ਸਾਡੇ ਵਿੱਚ ਕੋਈ ਉਤੇਜਨਾ ਨਹੀਂ ਸੀ ਹੈਗੀ, ਹਨਾ, ਤੇ ਉਹ ਟੀਚਾ ਪ੍ਰਾਪਤ ਕਰਨ ਦੇ ਲਈ ਜਿਹੜੀ ਸਾਡੇ ਅੰਦਰ ਉਤੇਜਨਾ ਆ ਗਈ ਉਹ ਕੀ ਆ, ਪ੍ਰੇਰਨਾ ਵਾ। ਇਹ ਕਿਹਨੇ ਕਿਹਾ? ਬਰਨਾਰਡ ਨੇ ਕਿਹਾ। ਉਸ ਤੋਂ ਬਾਅਦ ਹੈਗਾ ਥਾਮਸਨ ਕਹਿੰਦਾ ਆ ਕਿ ਪ੍ਰੇਰਨਾ ਇੱਕ ਵਿਦਿਆਰਥੀ ਵਿੱਚ ਰੁਚੀ ਪੈਦਾ ਕਰਨ ਦੀ ਇੱਕ ਕਲਾ ਹੈ। ਅਜਿਹੀ ਰੁਚੀ ਜੋ ਜਾਂ ਤਾਂ ਵਿਦਿਆਰਥੀ ਵਿੱਚ ਹੀ ਹੈ ਨਹੀਂ ਸੀ ਜਾਂ ਉਹ ਰੁਚੀ ਤੋਂ ਜਾਣੂ ਹੀ ਨਹੀਂ ਸੀ। ਕਹਿੰਦੇ ਪ੍ਰੇਰਨਾ ਜਿਹੜੀ ਆ, ਥਾਮਸਨ ਕਹਿੰਦਾ, ਜਾਂ ਕਹਿ ਲਓ ਕਿ ਥਾਮਸਨ ਜਿਹੜਾ ਵਾ ਇੱਥੇ ਬਾਹਰੀ ਅੰਦਰੂਨੀ ਮੋਟੀਵੇਸ਼ਨ ਦੀ ਗੱਲ ਕਰਦਾ, ਕਿਉਂਕਿ ਜਦੋਂ ਅੱਗੇ ਜਾ ਕੇ ਆਪਾਂ ਮੋਟੀਵੇਸ਼ਨ ਦੀਆਂ ਟਾਈਪ ਕਰਾਂਗੇ ਤੇ ਉੱਥੇ ਸਾਨੂੰ ਦੋ ਪ੍ਰਕਾਰ ਦੀ ਮੋਟੀਵੇਸ਼ਨ ਮਿਲਦੀ, ਇੱਕ ਅੰਦਰੂਨੀ, ਇੱਕ ਬਾਹਰੀ, ਇੱਕ ਇੰਟਰਨਲ, ਇੱਕ ਐਕਸਟਰਨਲ। ਠੀਕ ਆ, ਉਸ ਤੋਂ ਬਾਅਦ ਵੁੱਡਵਰਥ ਦੀ ਐਗਜ਼ਾਮਪਲ ਆ। ਵੁੱਡਵਰਥ ਕਹਿੰਦਾ ਕਿ ਪ੍ਰੇਰਨਾ ਇੱਕ ਵਿਅਕਤੀ ਦੀ ਉਹ ਸਥਿਤੀ ਹੈ ਜੋ ਉਸ ਨੂੰ ਨਿਰਧਾਰਤ ਵਿਵਹਾਰ ਕਰਨ ਲਈ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਤੇਜਿਤ ਕਰਦੀ ਹੈ। ਠੀਕ ਆ, ਵੁੱਡਵਰਥ ਤੇ ਬਰਨਾਰਡ ਦੀ ਡੈਫੀਨੇਸ਼ਨ ਥੋੜੀ ਸੇਮ ਜੀ ਆ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਉਹ ਟੀਚਾ ਪ੍ਰਾਪਤੀ ਤੋਂ ਸ਼ੁਰੂ ਹੋਣ ਤੱਕ ਦੀ ਪ੍ਰੇਰਨਾ, ਜਦੋਂ ਟੀਚਾ ਪ੍ਰਾਪਤ ਹੋਗਾ ਉਦੋਂ ਤੱਕ ਦੀ ਪ੍ਰੇਰਨਾ ਕਹਿੰਦਾ ਵਾ। ਪਰ ਇਹ ਕੀ ਕਹਿੰਦਾ ਵਾ? ਇਹ ਕਹਿੰਦਾ ਵਾ ਕਿ ਟੀਚੇ ਨੂੰ ਪ੍ਰਾਪਤ ਕਰਨ ਲਈ ਜਿਹੜੀ ਉਤੇਜਨਾ ਵਾ ਉਹ ਕੀ ਆ ਕਿ ਉਹ ਚੀਜ਼, ਜੇ ਉਹ ਸਾਡਾ ਵਿਵਹਾਰ ਜਿਹੜਾ ਕਿਸੇ ਟੀਚਾ ਪ੍ਰਾਪਤ ਕਰਨ ਨੂੰ ਜਿਹੜਾ ਸਾਨੂੰ ਉਤੇਜਿਤ ਕਰਦਾ ਵਾ ਉਹ ਪ੍ਰੇਰਨਾ ਵਾ। ਤੇ ਲਗਭਗ ਬਰਨਾਰਡ ਦੀ ਵੀ ਡੈਫੀਨੇਸ਼ਨ ਇਹਦੇ ਨਾਲ ਰਲਦੀ ਮਿਲਦੀ ਆ, ਸੋ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਠੀਕ ਆ, ਉਸ ਤੋਂ ਬਾਅਦ ਮੋਟੀਵੇਸ਼ਨਲ ਸਾਈਕਲ ਆ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਮੋਟੀਵੇਸ਼ਨਲ ਸਾਈਕਲ ਦਾ ਸਟੈਪ ਪੁੱਛੇ ਜਾ ਸਕਦੇ ਆ ਕਿ ਮੋਟੀਵੇਸ਼ਨਲ ਸਾਈਕਲ ਦੇ ਸਟੈਪ ਕਿਹੜੇ ਆ। ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਮੋਟੀਵੇਸ਼ਨਲ ਸਟੈਪ ਦੇ ਜਿਹੜੇ ਟਾਈਪਸ ਆ ਨਾ, NCERT ਨੇ 6 ਦਿੱਤੇ ਆ, ਪਰ ਸਾਡੇ ਪੰਜਾਬ ਬੋਰਡ ਨੇ ਇਹ ਵਾਲੇ ਦਿੱਤੇ ਆ 5। ਠੀਕ ਆ, ਉਹ ਜਿਹੜੇ NCERT ਦੇ 6 ਆ ਉਹ ਵੀ ਮੈਂ ਤੁਹਾਨੂੰ ਭੇਜ ਦੂੰਗੀ। ਠੀਕ ਆ, ਨੀਡ, ਕਿਉਂਕਿ ਸਭ ਤੋਂ ਪਹਿਲਾਂ ਦੇਖੋ ਸਾਡੇ ਅੰਦਰ ਨੀਡ ਹੁੰਦੀ ਆ। ਹੁਣ ਵੇਖੋ ਆਪਣੀ ਨੀਡ ਕੀ ਆ ਕਿ ਆਪਾਂ ਸਰਕਾਰੀ ਨੌਕਰੀ ਲੈਣੀ ਆ, ਹਨਾ, ਆਪਾਂ ਰਾਤ ਨੂੰ ਪੜ੍ਹਦੇ ਆ, ਫੋਨ ਤੇ ਵੀ ਆਪਾਂ ਇੰਨੀਆਂ ਕਲਾਸਾਂ ਲਾਉਣੇ, ਕੋਈ ਕਲਾਸ ਦੇਖੀ ਵਧੀਆ ਥੰਬਨੇਲ ਦੇਖਿਆ ਵੀ ਹਾਂ ਆਹ ਵਾਲੀ ਥਿਊਰੀ ਆਪਾਂ ਕਲਿੱਕ ਕਰਦੇ ਆ, ਹਨਾ, ਆਪਣੀ ਨੀਡ ਆ, ਹਨਾ, ਤੇ ਉਹ ਆਪਣੀ ਨੀਡ ਕੀ ਕਰੂਗੀ,
ਹੁਣ ਮੰਨ ਲਓ ਅਸੀਂ ਜੌਬ ਕਿਉਂ ਪ੍ਰਾਪਤ ਕਰਨਾ ਚਾਹੁੰਦੇ, ਅਸੀਂ ਅੰਦਰੋਂ ਮੋਟੀਵੇਟ ਆ, ਜਾਂ ਕਹਿ ਲਓ ਕਿ ਸਾਡੇ ਪਰਿਵਾਰ ਦੇ ਕੁਝ ਹਾਲਾਤ ਮਾੜੇ ਹੋ ਸਕਦੇ ਆ, ਸਾਡੇ ਪਰਿਵਾਰ ਦੀ ਨੀਡ ਹੋ ਸਕਦੀ ਆ, ਹਨਾ। ਤੇ ਮਤਲਬ ਆਪਾਂ ਨੂੰ ਕੀ ਆ ਕਿ ਪੈਸੇ ਦੀ ਲੋੜ ਆ, ਜਾਂ ਹਨਾ ਇਨਕਮ ਦੀ ਲੋੜ ਆ, ਤੇ ਆਪਾਂ ਨੂੰ ਕਿਸੇ ਸੋਰਸ ਦੀ ਲੋੜ ਆ, ਹਨਾ। ਉਹ ਚੀਜ਼ ਮਤਲਬ ਉਹ ਕੀ ਸਾਡੀ ਨੀਡ ਆ। ਡਰਾਈਵ ਦਾ ਮਤਲਬ ਕੀ ਆ, ਡਰਾਈਵ ਦਾ ਮਤਲਬ ਚਾਲਕ। ਹੁਣ ਦੇਖੋ, ਨੀਡ ਤਾਂ ਸਾਡੀ ਹੋਗੀ, ਪਰ ਨੀਡ ਸਾਡੀ ਡਰਾਈਵ ਤੱਕ ਕਿੱਦਾਂ ਪਹੁੰਚੂਗੀ, ਹਨਾ। ਦੇਖੋ ਸਾਡੀ ਪਰਿਵਾਰ ਦੇ ਵਿੱਚ ਹਨਾ ਸਾਡੇ ਮੰਨ ਲਓ ਹਾਲਾਤ ਮਾੜੇ ਆ, ਉਹ ਮਾੜੇ ਹਾਲਾਤਾਂ ਨੇ ਸਾਡੀ ਨੀਡ ਨੂੰ ਕੀ ਕੀਤਾ, ਡਰਾਈਵ ਕੀਤਾ, ਚਾਲਕ ਕੀਤਾ, ਠੀਕ ਆ। ਫਿਰ ਆਈ ਇਨਸੈਂਟਿਵ, ਮਤਲਬ ਅਸੀਂ ਉਤੇਜਕ ਹੋਏ, ਅਸੀਂ ਅੰਦਰੋਂ ਉਤੇਜਿਤ ਹੋਏ, ਠੀਕ ਆ। ਪਹਿਲਾਂ ਨੀਡ ਆਈ, ਫਿਰ ਡਰਾਈਵ ਆਇਆ, ਫਿਰ ਅਸੀਂ ਉਤੇਜਿਤ ਹੋਏ, ਉਸ ਤੋਂ ਬਾਅਦ ਅਸੀਂ ਆਪਣਾ ਗੋਲ ਪ੍ਰਾਪਤ ਕਰਨ ਵੱਲ ਵਧੇ, ਤੇ ਫਿਰ ਸਾਡਾ ਆ ਜਾਂਦਾ ਵਾ ਇਹੋ ਹੀ ਕੀ ਆ ਸਾਡਾ ਮੋਟੀਵੇਸ਼ਨਲ ਸਾਈਕਲ, ਠੀਕ ਹੈ। ਇਹ 4 ਦਿੱਤੇ ਸੀ SCERT ਨੇ, ਪਰ NCERT 6 ਦਿੰਦੀ ਆ। ਉਹ 2 ਕਿਹੜੇ, ਉਹ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਭੇਜ ਦੂੰਗੀ। ਮੋਟੀਵੇਸ਼ਨਲ ਸਾਈਕਲ ਦੇ ਸਟੈਪ ਤੁਸੀਂ ਜ਼ਰੂਰ ਯਾਦ ਰੱਖਣੇ ਆ। ਅੱਗੇ ਸਾਡੀਆਂ ਟਾਈਪਸ ਆ ਜਾਂਦੀਆਂ ਵਾ, ਇੰਟਰਨਲ ਮੋਟੀਵੇਸ਼ਨ ਆ ਤੇ ਐਕਸਟਰਨਲ ਮੋਟੀਵੇਸ਼ਨ ਆ। ਇੰਟਰਨਲ ਮੋਟੀਵੇਸ਼ਨ ਕੀ ਆ, ਧਿਆਨ ਦੇ ਨਾਲ ਸਮਝਿਓ। ਅਜਿਹੀ ਪ੍ਰੇਰਨਾ ਉਹਨਾਂ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਨ੍ਹਾਂ ਨੂੰ ਬਾਹਰੋਂ ਸਿੱਧਾ ਵੇਖਣਾ ਸੰਭਵ ਨਹੀਂ ਹੁੰਦਾ। ਇਸ ਲਈ ਵਾਤਾਵਰਣ ਦੇ ਨਾਲ ਸਮਾਯੋਜਨ ਕਰਨ ਦੇ ਨਾਲ ਪੈਦਾ ਹੋਈ ਸਵੈ ਨਿਰਣੇ ਅਤੇ ਯੋਗਤਾ ਦੀ ਭਾਵਨਾ ਦੀ ਲੋੜ ਅੰਦਰੂਨੀ ਪ੍ਰੇਰਨਾ ਕਿਹਾ ਜਾ ਸਕਦਾ ਹੈ। ਅੰਦਰੂਨੀ ਪ੍ਰੇਰਨਾ ਕੀ ਹੈ, ਬਸ ਤੁਸੀਂ ਆਹ ਵਾਲੀ ਥਿਊਰੀ ਤੇ ਤੁਸੀਂ ਧਿਆਨ ਨਾ ਦਿਓ, ਤੁਸੀਂ ਸਿੰਪਲ ਸਮਝ ਲਓ, ਬਹੁਤ ਈਜ਼ੀ ਥਿਊਰੀ ਆ, ਡੀ ਔਖੀ ਨੀ ਗੀ। ਇੰਟਰਨਲ ਥਿਊਰੀ ਕੀ ਆ, ਫੂਡ, ਭੁੱਖ ਲੱਗੀ ਆ, ਖਾਣਾ ਖਾਣਾ ਵਾ, ਇੰਟਰਨਲ ਮੋਟੀਵੇਸ਼ਨ ਆ, ਅੰਦਰੋਂ ਪ੍ਰੇਰਿਤ ਆ। ਪਿਆਸ ਲੱਗੀ, ਅਸੀਂ ਪਾਣੀ ਪੀਣਾ ਵਾ, ਹਨਾ। ਅਸੀਂ ਥਕਾਵਟ ਫੀਲ ਕਰ ਰਹੇ ਆ, ਹਨਾ, ਸਲੀਪ, ਨੀਂਦ ਲੈਣਾ ਸਾਡੀ ਜਿਹੜੀ ਆ ਇੱਕ ਇੰਟਰਨਲ ਮੋਟੀਵੇਸ਼ਨ ਆ। ਇਸੇ ਹੀ ਤਰ੍ਹਾਂ ਜਿਵੇਂ ਜਿਵੇਂ ਉਮਰ ਵੱਧਦੀ ਆ, ਹਨਾ, ਕਹਿ ਲਓ ਵੀ ਪਹਿਲਾਂ ਦੇਖੋ ਜਦੋਂ ਬੱਚਾ ਛੋਟਾ ਹੁੰਦਾ, ਜਦੋਂ ਉਹਨੂੰ ਭੁੱਖ ਲੱਗਦੀ ਆ ਉਹ ਰੋਂਦਾ ਵਾ, ਹਨਾ। ਉੱਥੇ ਉਹਨੂੰ ਪਿਆਸ ਦਾ ਨਹੀਂ ਪਤਾ ਕਿ ਪਾਣੀ ਕੀ ਆ, ਪਾਣੀ ਦੁੱਧ ਦੇ ਵਿੱਚ ਉਹਨੂੰ ਕੁਛ ਨਹੀਂ ਪਤਾ, ਹਨਾ। ਤੇ ਕਹਿ ਲਓ ਵੀ ਜਦੋਂ ਹੌਲੀ ਹੌਲੀ ਉਹ ਵੱਡਾ ਹੋਊਗਾ, ਉਹਨੂੰ ਨੀਂਦ ਦਾ ਪਤਾ ਲੱਗੂਗਾ, ਹਨਾ। ਹੌਲੀ ਹੌਲੀ ਜਿਵੇਂ ਵੱਡਾ ਹੋਊਗਾ, ਹਨਾ, ਜਿਵੇਂ ਕਹਿ ਲਓ ਵੀ ਸੈਕਸ ਵਰਗੀਆਂ ਏਦਾਂ ਦੀਆਂ ਚੀਜ਼ਾਂ ਹੌਲੀ ਹੌਲੀ ਪੈਦਾ ਹੁੰਦੀਆਂ, ਹਨਾ। ਗੋਲ, ਡਿਜ਼ਾਇਰ ਮਤਲਬ ਉਹਦੇ ਉਦੇਸ਼, ਡਿਜ਼ਾਇਰ, ਐਸਪੀਰੇਸ਼ਨ ਮਤਲਬ ਉਹਦੀਆਂ ਅੰਦਰੋਂ ਇੱਛਾਵਾਂ ਕੀ ਨੇ, ਉਹਦੀਆਂ ਲੋੜਾਂ ਕੀ ਨੇ, ਇਹ ਸਾਰੀਆਂ ਕੀ ਨੇ, ਇੰਟਰਨਲ ਮੋਟੀਵੇਸ਼ਨ ਦੇ ਵਿੱਚ ਆਉਂਦੀਆਂ ਵਾ, ਠੀਕ ਹੈ। ਐਨਜ਼ਾਈਟੀ, ਚਿੰਤਾ, ਇੰਜ਼ਾਇਟੀ ਕੀ ਹੁੰਦੀ ਹੈ, ਚਿੰਤਾ, ਹਨਾ, ਵੀ ਅੰਦਰੋਂ ਚਿੰਤਾ ਹੋ ਜਾਣੀ ਕਿਸੇ ਕੰਮ ਨੂੰ ਪ੍ਰਤੀ, ਚਿੰਤਾ ਵੀ ਸਾਨੂੰ ਮੋਟੀਵੇਸ਼ਨ ਦੇ ਵਿੱਚ ਆਉਂਦੀ, ਇੰਟਰਨਲ ਮੋਟੀਵੇਸ਼ਨ ਦੇ ਵਿੱਚ। ਇਹਨੂੰ ਜ਼ਰੂਰ ਯਾਦ ਰੱਖਿਓ। ਐਨਜ਼ਾਇਟੀ ਬਾਰੇ ਕੋਈ ਵੀ ਕੁਐਸਚਨ ਆ ਗਿਆ ਤੇ ਯਾਦ ਰੱਖਿਓ, ਐਨਜ਼ਾਇਟੀ ਜਿਹੜੀ ਆ ਇੰਟਰਨਲ ਆ। ਇੰਟਰਸਟ, ਸਾਡੀ ਅੰਦਰੋਂ ਰੁਚੀ, ਹਨਾ। ਮੰਨ ਲਓ ਜਿੱਦਾਂ ਹੁਣ ਕੋਈ ਵੀ ਆ, ਜਿੱਦਾਂ ਹਨਾ ਤੁਹਾਡੇ ਚੋਂ ਹੀ ਕੋਈ ਸਟੂਡੈਂਟ ਆ, ਮੇਰਾ ਕੋਈ ਲੜਕਾ, ਹਨਾ, ਤੇ ਉਹਦੇ ਪਾਪਾ ਚਾਹੁੰਦੇ ਆ ਕਿ ਮਤਲਬ ਮੇਰਾ ਬੇਟਾ ਆਰਮੀ, ਮਤਲਬ ਮੈਂ ਆਰਮੀ ਚ ਭੇਜਣਾ, ਹਨਾ, ਆਰਮੀ ਚ ਜੋਬ ਮਿਲੇ। ਪਰ ਬੱਚੇ ਦਾ ਮਤਲਬ ਬੇਟੇ ਦਾ ਅੰਦਰੋਂ ਇੰਟਰਸਟ ਜਿਹੜਾ ਹੈਗਾ ਉਹ ਪੁਲਿਸ ਦੇ ਵਿੱਚ ਜਾਣ ਦਾ ਵਾ। ਇਸ ਕਰਕੇ ਇੰਟਰਨਲ ਮੋਟੀਵੇਸ਼ਨ ਉਹਦੀ ਕੀ ਹੋਊਗਾ, ਪੁਲਿਸ ਵਿੱਚ ਜਾਣ ਦੀ, ਠੀਕ ਹੈ। ਐਕਸਟਰਨਲ ਕਿਹੜੀ ਹੋ ਜੂਗੀ, ਜਿਹੜੀ ਉਹਦੇ ਪਾਪਾ ਚਾਹੁੰਦੇ ਉਹ ਚੀਜ਼, ਠੀਕ ਹੈ। ਵੇਖੋ ਆਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹਨੂੰ ਧਿਆਨ ਦੇ ਨਾਲ ਸੁਣਨਾ। ਇੰਟ੍ਰਿੰਸਿਕ ਮੋਟੀਵੇਸ਼ਨ ਫਰੋਮ ਵਿਦਿਨ, ਇੰਟੋਨਮੀ, ਮਾਸਟਰੀ, ਪਰਪਸ। ਐਕਸਟਰਨਲ ਦੇ ਵਿੱਚ ਕੀ ਆ ਜਾਊਗਾ, ਮਤਲਬ ਇੰਟਰਨਲ ਤੇ ਆਪਣੇ ਐਕਸਟਰਨਲ। ਮੋਟੀਵੇਸ਼ਨ ਫਰੋਮ ਆਊਟਸਾਈਡ, ਇੱਥੇ ਵਿਦਿਨ ਆ, ਇੱਥੇ ਆਊਟਸਾਈਡ ਆ। ਮੈਂ ਤੁਹਾਨੂੰ ਦੱਸਦੀ ਹਾਂ, ਪਹਿਲਾਂ ਸਮਝ ਲਓ, ਕਿਉਂਕਿ ਕਈ ਵਾਰੀ ਇਹ ਸਟੈਪ ਸਾਨੂੰ ਪੁੱਛੇ ਜਾ ਸਕਦੇ। ਕੰਪਨਸੇਸ਼ਨ, ਪਨਿਸ਼ਮੈਂਟ, ਰਿਵਾਰਡ। ਹੁਣ ਦੇਖੋ ਮੈਨੂੰ ਟੀਚਰ ਬਣਨਾ ਪਸੰਦ ਆ, ਹਨਾ, ਇਹ ਕੀ ਆ, ਮਤਲਬ ਮੇਰੀ ਆਟੋਨਮੀ ਆ, ਮੇਰੀ ਇੰਟਰਨਲ ਮੋਟੀਵੇਸ਼ਨ ਆ, ਹਨਾ। ਮਤਲਬ ਜੋ ਚੀਜ਼ ਮੈਨੂੰ ਪਸੰਦ ਆ ਉਹ ਮੇਰੀ ਇੰਟਰਨਲ ਆ, ਠੀਕ ਆ। ਪਰ ਜੋ ਚੀਜ਼ ਮੈਨੂੰ ਪਸੰਦ ਨਹੀਂ, ਮਤਲਬ ਫੈਮਿਲੀ ਨੇ ਕਿਹਾ, ਮੰਮੀ ਨੇ, ਪਾਪਾ ਨੇ ਕਿਹਾ ਵੀ ਤੂੰ ਟੀਚਰ ਨਹੀਂ ਬਣਨਾ, ਤੂੰ ਡਾਕਟਰ ਬਣਨਾ। ਡਾਕਟਰ ਕੀ ਆ, ਐਕਸਟਰਨਲ ਮੋਟੀਵੇਸ਼ਨ ਆ, ਆਊਟਸਾਈਡ ਆ, ਕਿਸੇ ਨੇ ਕਹੀ, ਹਨਾ, ਉਹਦੇ ਤੋਂ ਅਸੀਂ ਜਿਹੜਾ ਵਾ ਇਹ ਚੀਜ਼ ਕੀਤੀ। ਪਰ ਇੰਟਰਨਲ ਕੀ ਆ, ਮੈਂ ਟੀਚਰ ਬਣਨਾ, ਮੇਰੀ ਆਪਣੀ ਪਸੰਦ ਕੀ ਆ, ਠੀਕ ਆ। ਹੁਣ ਦੇਖੋ ਇੱਥੇ ਇੱਕ ਚੀਜ਼ ਯਾਦ ਰੱਖਣੀ ਆ
ਇੰਟਰਨਲ ਮੋਟੀਵੇਸ਼ਨ ਉਦੋਂ ਤੱਕ ਇੰਟਰਨਲ ਰਹਿੰਦੀ ਆ ਜਦ ਤੱਕ ਉਹਦੇ ਵਿੱਚ ਸਾਡੀ ਪਸੰਦ ਆ, ਸਾਡੀ ਰੁਚੀ ਆ। ਪਰ ਜਿਹਦੇ ਵਿੱਚ ਸਾਡੀ ਪਸੰਦ ਨਹੀਂ ਹੈਗੀ, ਅਸੀਂ ਕਿਸੇ ਨੇ ਸਾਨੂੰ ਕਿਹਾ, ਸਮਾਜ ਵੱਲ ਵੇਖ ਕੇ, ਸਮਾਜ ਦੀਆਂ ਲੋੜਾਂ ਨੂੰ ਵੇਖ ਕੇ ਅਸੀਂ ਜਿਹੜਾ ਵਾ ਮਤਲਬ ਕਿ ਬਾਹਰੀ ਤੌਰ ਤੇ ਜੋ ਵੀ ਅੰਦਰੋਂ ਅਸੀਂ ਪ੍ਰੇਰਿਤ ਹੋਏ ਉਹ ਸਾਡੀ ਐਕਸਟਰਨਲ ਆ। ਠੀਕ ਆ, ਮਤਲਬ ਮੰਮੀ ਪਾਪਾ ਨੇ ਜੋ ਕਹਿਤਾ, ਭੈਣ ਭਰਾ ਨੇ ਜੋ ਕਹਿਤਾ ਵੀ ਤੂੰ ਇਹ ਬਣਨਾ ਵਾ, ਤੂੰ ਇਹ ਕਰਨਾ ਵਾ, ਉਹਨੂੰ ਅਸੀਂ ਇੰਟਰਨਲ ਨਹੀਂ ਕਹਿ ਸਕਦੇ। ਠੀਕ ਹੈ, ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਐਕਸਟਰਨਲ ਮੋਟੀਵੇਸ਼ਨ ਨੂੰ ਪੜ੍ਹਦੇ ਆਪਾਂ ਡਿਟੇਲ ਦੇ ਨਾਲ। ਦੇਖੋ, ਬਾਹਰੀ ਪ੍ਰੇਰਨਾ ਇੱਕ ਅਜਿਹੀ ਪ੍ਰੇਰਨਾ ਨੂੰ ਦਰਸਾਉਣ ਲਈ ਜੋ ਬੱਚਿਆਂ ਨੂੰ ਬਾਹਰੀ ਵਾਤਾਵਰਣ ਵਿੱਚ ਦਿੱਤੀ ਜਾਂਦੀ ਹੈ ਅਤੇ ਉਹਨਾਂ ਦੇ ਵਿਵਹਾਰ ਨੂੰ ਇੱਕ ਖਾਸ ਦਿਸ਼ਾ ਵਿੱਚ ਮੋੜਿਆ ਜਾਂਦਾ ਹੈ। ਹੁਣ ਵੇਖੋ, ਐਕਸਟਰਨਲ ਮੋਟੀਵੇਸ਼ਨ ਕਿਹੜੀ ਆ? ਰਿਵਾਰਡ, ਪਨਿਸ਼ਮੈਂਟ, ਪ੍ਰੇਜ਼। ਮਤਲਬ ਕਿ ਕੋਈ ਬੱਚਾ ਬਾਹਰੀ ਤੌਰ ਤੇ ਮੋਟੀਵੇਟ ਕਦੋਂ ਹੋਊਗਾ? ਜਦੋਂ ਉਹਨੂੰ ਲੱਗੂਗਾ ਵੀ ਮੈਨੂੰ ਕੋਈ ਰਿਵਾਰਡ ਮਿਲੇ, ਹਨਾ, ਜਾਂ ਮੇਰੀ ਕੋਈ ਤਾਰੀਫ ਕਰੇ, ਜਾਂ ਇਸ ਕੰਮ ਦੇ ਪ੍ਰਤੀ, ਜਾਂ ਮੈਂ ਚੰਗੇ ਨੰਬਰ ਲੈ ਕੇ ਪਾਸ ਹੋਊਂਗਾ। ਉਹਨੂੰ ਅੰਦਰੋਂ ਕੋਈ ਖੁਸ਼ੀ ਨਹੀਂ ਗੀ। ਉਹਨੂੰ ਅੰਦਰੋਂ ਕੋਈ ਖੁਸ਼ੀ ਨਹੀਂ ਗੀ ਕਿ ਮੈਂ ਜਾਂ ਕਲਾਸ ਚੋਂ ਫਸਟ ਆਉਣਾ, ਜਾਂ ਮੈਂ ਜ਼ਿਆਦਾ ਪੜ੍ਹਨਾ, ਜਾਂ ਮੈਂ ਏਦਾਂ ਕੁਝ ਵੀ ਆ, ਹਨਾ। ਮਤਲਬ ਇਹ ਕਿ ਉਹ ਸਕਾਲਰਸ਼ਿਪ ਲੈਣ ਲਈ ਉਹਨੂੰ ਇਹ ਲੱਗਦਾ ਕਿ ਮੈਨੂੰ ਜ਼ਿਆਦਾ ਨੰਬਰ ਆਉਣਗੇ, ਜਾਂ ਮੇਰੀ ਫਸਟ ਪੋਜੀਸ਼ਨ ਆਊਗੀ ਤੇ ਮੈਨੂੰ ਸਕਾਲਰਸ਼ਿਪ ਮਿਲੂਗੀ, ਕੰਪੋਜੀਸ਼ਨ ਹੋਊਗੀ ਮੇਰੀ। ਠੀਕ ਹੈ, ਜਾਂ ਕਹਿ ਲਓ ਵੀ ਪੈਸੇ ਲਈ ਕੋਈ ਕੰਮ ਆਪਾਂ ਪੈਸੇ ਦੀ ਪ੍ਰਾਪਤੀ ਲਈ ਕਰ ਰਹੇ ਆ, ਉਹ ਵੀ ਆਪਣਾ ਇੰਟਰਨਲ ਨਹੀਂ ਆ, ਉਹ ਆਪਣਾ ਐਕਸਟਰਨਲ ਆ। ਫੇਮ ਲਈ, ਮਤਲਬ ਆਪਾਂ ਪ੍ਰਸਿੱਧੀ ਲਈ, ਹਨਾ, ਜਿਵੇਂ ਕਹ ਲਓ ਮੈਂ ਆਪਣਾ ਫੇਮ, ਮਤਲਬ ਮੈਨੂੰ ਇਹ ਆ ਕਿ ਮੈਂ ਆਪਣੀ ਸਮਾਜ ਦੇ ਵਿੱਚ ਪ੍ਰਸਿੱਧੀ ਬਣਾਉਣੀ ਆ। ਫੇਮ, ਵੇਖੋ ਇੱਥੇ ਬਹੁਤ ਡਿਟੇਲ ਦੇ ਨਾਲ ਸਮਝਣਾ ਇਸ ਚੀਜ਼ ਨੂੰ ਕਿ ਤੁਹਾਨੂੰ ਲੱਗ ਰਿਹਾ ਹੋ ਕਿ ਲੈ ਮੋਟੀਵੇਸ਼ਨ ਹੀ ਆ, ਮੋਟੀਵੇਸ਼ਨ ਥਿਊਰੀ ਆ, ਇਹਦਾ ਕੀ ਚੱਕਰ ਆ। ਪਰ ਸ਼ਬਦਾਂ ਨੂੰ ਜ਼ਰੂਰ ਯਾਦ ਰੱਖਿਓ। ਫੇਮ, ਪ੍ਰਸਿੱਧੀ ਐਕਸਟਰਨਲ ਮੋਟੀਵੇਸ਼ਨ ਦੇ ਵਿੱਚ ਆਊਗੀ, ਇੰਟਰਨਲ ਦੇ ਵਿੱਚ ਨਹੀਂ ਆਊਗੀ, ਕਿਉਂਕਿ ਅਸੀਂ ਸਮਾਜ ਦੇ ਵਿੱਚ ਆਪਣੀ ਪ੍ਰਸਿੱਧੀ ਬਣਾਉਣਾ ਚਾਹੁੰਦੇ ਆ। ਪ੍ਰੋਫਿਟ, ਕੋਈ ਲਾਭ ਲੈਣ ਲਈ, ਕੋਈ ਬੈਨੀਫਿਟ ਲੈਣ ਲਈ ਕੋਈ ਕੰਮ ਕਰਨਾ, ਐਕਸਟਰਨਲ ਆ। ਗ੍ਰੇਡ ਲੈਣ ਲਈ, ਜੌਬ ਲੈਣ ਲਈ, ਠੀਕ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਹਦੇ ਵਿੱਚ ਆਉਣਗੀਆਂ? ਐਕਸਟਰਨਲ ਮੋਟੀਵੇਸ਼ਨ ਦੇ ਵਿੱਚ ਆਉਣਗੀਆਂ। ਉਸ ਤੋਂ ਬਾਅਦ ਦੇਖੋ, ਸਵਰਾਜ ਦੇ ਅਨੁਸਾਰ ਬਾਹਰੀ ਪ੍ਰੇਰਨਾ ਇੱਕ ਪ੍ਰੇਰਨਾ ਹੁੰਦੀ ਹੈ ਜੋ ਕਿ ਬੱਚੇ ਦੁਆਰਾ ਬਾਹਰੋਂ ਉਸ ਵਿਅਕਤੀ ਦੁਆਰਾ ਦਿੱਤੀ ਜਾਂਦੀ ਹੈ ਜੋ ਉਹਨਾਂ ਨੂੰ ਇੱਕ ਖਾਸ ਦਿਸ਼ਾ ਵਿੱਚ ਵਿਵਹਾਰ ਕਰਨ ਲਈ ਪ੍ਰੇਰਿਤ ਕਰਦਾ ਹੈ। ਮਤਲਬ ਸਵਰਾਜ ਕਹਿੰਦਾ ਕਿ ਇਹ ਉਹ ਬਾਹਰੀ ਵਾਤਾਵਰਣ ਤੋਂ ਬੱਚੇ ਨੂੰ ਇਹ ਮੋਟੀਵੇਸ਼ਨ ਦਿੱਤੀ ਜਾਂਦੀ ਆ ਕਿ ਜੋ ਉਹਨੂੰ ਕਿਹਾ ਗਿਆ ਕੰਮ ਕਰਨ ਲਈ, ਬੱਚਾ ਉਹ ਕੰਮ ਕੀਤਾ, ਬੱਚੇ ਨੇ ਉਹ ਕੰਮ ਕੀਤਾ, ਉਹ ਕੀ ਆ? ਉਹ ਬਾਹਰੀ ਮੋਟੀਵੇਸ਼ਨ ਆ, ਇਹ ਸਵਰਾਜ ਕਹਿੰਦਾ। ਉਸ ਤੋਂ ਬਾਅਦ ਥਿਊਰੀ ਆਫ ਮੋਟੀਵੇਸ਼ਨ ਆ, ਠੀਕ ਆ, ਹਾਇਰਾਰਕੀ ਨੀਡਸ ਥਿਊਰੀ ਆ, ਠੀਕ ਹੈ, ਇਹਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। ਲੋੜਾਂ ਦਾ ਪ੍ਰਦਾਨ ਅਨੁਕ੍ਰਮ, ਠੀਕ ਹੈ। 14 ਬੇਸਿਕ ਇੰਸਟੈਂਕਟ, ਠੀਕ ਹੈ, ਇਹ ਵੀ ਥਿਊਰੀ ਆ ਜਿਹਦੇ ਵਿੱਚ ਮੋਟੀਵੇਸ਼ਨ ਦੇ 14 ਮੂਲ ਸਿਧਾਂਤ ਦਿੱਤੇ। ਡਰਾਈਵ ਰਿਡਕਸ਼ਨ ਥਿਊਰੀ ਆ, ਚਾਲਕ ਦੀ ਕਮੀ। ਇਹ ਤਿੰਨੋਂ ਥਿਊਰੀਆਂ ਮੋਟੀਵੇਸ਼ਨ ਦੀਆਂ ਵਾ। ਪਹਿਲੇ ਨੰਬਰ ਤੇ ਤਾਂ ਇਹ ਯਾਦ ਰੱਖਣਾ ਵੀ ਇਹ ਥਿਊਰੀਆਂ ਕਿਹਦੀਆਂ ਵਾ? ਮੋਟੀਵੇਸ਼ਨ ਦੀਆਂ ਵਾ। ਹਾਇਰਾਰਕੀ ਆਫ ਨੀਡਸ, 14 ਬੇਸਿਕ ਇੰਸਟਿੰਕਟ, ਠੀਕ ਆ, ਯਾਨੀ ਕਿ 14 ਮੂਲ ਪ੍ਰਵਿਰਤੀਆਂ। ਡਰਾਈਵ ਰਿਡਕਸ਼ਨ, ਤਿੰਨੋਂ ਹੀ ਥਿਊਰੀਆਂ ਜਿਹੜੀਆਂ ਨੇ ਮੋਟੀਵੇਸ਼ਨ ਦੀਆਂ ਨੇ। ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਹਾਇਰਾਰਕੀ ਆਫ ਨੀਡਸ, ਪਹਿਲੀ ਥਿਊਰੀ। ਇਹ ਥਿਊਰੀ ਕਿਹਦੀ ਸੀ? ਅਬਰਾਹਿਮ ਮਾਸਲੋ ਦੀ। ਹਾਇਰਾਰਕੀ ਨੀਡਸ ਕਿਹਦੀ ਥਿਊਰੀ ਸੀ? ਅਬਰਾਹਿਮ ਮਾਸਲੋ ਦੀ। ਹੁਣ ਅਬਰਾਹਿਮ ਮਾਸਲੋ ਕੀ ਕਹਿੰਦਾ? ਅਬਰਾਹਿਮ ਮਾਸਲੋ ਕਹਿੰਦਾ ਕਿ ਅਬਰਾਹਿਮ ਮਾਸਲੋ ਮਾਨਵਤਾਵਾਦੀ ਮਨੋਵਿਗਿਆਨ ਦੇ ਹੱਕ ਵਿੱਚ ਸੀਗਾ। ਮਤਲਬ ਉਹ ਮੋਟੀਵੇਸ਼ਨ ਦੇ ਵਿੱਚ ਮਨੋਵਿਗਿਆਨ ਦੀ ਗੱਲ ਕਰਦਾ। ਇਹਦੀਆਂ ਬੁੱਕਸ ਸੀਗੀਆਂ ਆ ਥਿਊਰੀ ਆਫ ਹਿਊਮਨ ਮੋਟੀਵੇਸ਼ਨ ਐਂਡ ਪਰਸਨੈਲਿਟੀ। ਇਹ ਦੋਨੋਂ ਇਹਦੀਆਂ ਬੁੱਕਸ ਨੇ ਕਿਹਦੀਆਂ? ਅਬਰਾਹਿਮ ਮਾਸਲੋ ਦੀਆਂ। ਇਹ ਬੁੱਕਸ ਦੇ ਨਾਮ ਜ਼ਰੂਰ ਯਾਦ ਰੱਖਣੇ। ਹਿਊਮਨ ਮੋਟੀਵੇਸ਼ਨ ਆਫ ਪਰਸਨੈਲਿਟੀ, ਇਹ ਕਿਹਦੀਆਂ ਬੁੱਕਸ ਨੇ? ਇਬਰਾਹਿਮ ਮਾਸਲੋ ਦੀਆਂ, ਜਿਹਨੇ ਹਾਇਰਾਰਕੀ ਆਫ ਨੀਡਸ ਥਿਊਰੀ ਦਿੱਤੀ। ਹੁਣ ਇਹਦੇ ਵਿੱਚ ਇਹ ਕਹਿੰਦਾ ਕੀ ਆ? ਇਹਦੇ ਵਿੱਚ ਧਿਆਨ ਦੇ ਨਾਲ ਸੁਣੋ। ਪਹਿਲਾਂ ਇਹ ਕਹਿੰਦਾ ਵਾ ਸੈਲਫ ਐਕਚੁਅਲਾਈਜੇਸ਼ਨ, ਮਤਲਬ ਕਿ ਜਿੱਥੇ ਆਪਣੀ ਅੰਦਰੋਂ ਇੱਛਾ ਵਾ, ਹਨਾ, ਉਹਦੇ ਅੰਦਰੋਂ ਇੱਛਾ ਕਹਿ ਲਓ ਵੀ ਅੰਦਰੋਂ ਕੁਝ ਕਰਨ ਦੀ ਇੱਛਾ, ਜਾਂ ਕਹਿ ਲਓ ਟੀਚਰ ਬਣਨ ਦੀ, ਸਿੰਗਰ ਬਣਨ ਦੀ, ਪਾਇਲਟ ਬਣਨ ਦੀ, ਹਨਾ, ਕਿ ਸਾਨੂੰ ਅੰਦਰੋਂ ਸਾਡੀ ਅੰਦਰੋਂ ਰੀਝ ਆ, ਸਾਡੀ ਅੰਦਰਲੀ ਡਿਜ਼ਾਇਰ ਆ ਵੀ ਮੈਂ ਟੀਚਰ ਬਣਨਾ ਜਾਂ ਮੈਂ ਸਿੰਗਰ ਬਣਨਾ, ਉਹ ਸਾਡੀ ਸੈਲਫ ਐਕਚੁਅਲਾਈਜੇਸ਼ਨ ਆ। ਇਹ ਕੌਣ ਕਹਿ ਰਿਹਾ ਵਾ? ਅਬਰਾਹਿਮ ਮਾਸਲੋ ਕਹਿ ਰਿਹਾ। ਉਸ ਤੋਂ ਬਾਅਦ ਅੱਗੇ ਹੈਗਾ ਵਾ ਐਸਟੀਮ ਕੀ ਆ? ਮਤਲਬ ਰਿਸਪੈਕਟ। ਮਤਲਬ ਐਸਟੀਮ ਕੀ ਆ? ਜਿੱਦਾਂ ਕਹਿ ਲਓ ਵੀ ਹਰ ਇੱਕ ਦੀ ਇੱਛਾ ਹੁੰਦੀ ਨਾ
ਵੀ ਮੇਰੀ ਰਿਸਪੈਕਟ ਹੋਵੇ, ਸੈਲਫ ਸਟੀਮ, ਸਟੇਟਸ, ਸਮਾਜ ਦੇ ਵਿੱਚ ਮੇਰਾ ਸਟੇਟਸ ਬਣੇ, ਰਿਕੋਗਨਾਈਜੇਸ਼ਨ, ਸਟਰੈਂਥ, ਫਰੀडम, ਮਤਲਬ ਮੈਨੂੰ ਹਰ ਇੱਕ ਕੰਮ ਦੀ ਆਜ਼ਾਦੀ ਹੋਵੇ, ਮੇਰਾ ਸਮਾਜ ਦੇ ਵਿੱਚ ਨਾਂ ਬਣੇ, ਮੇਰਾ ਆਦਰ ਮਾਣ ਹੋਵੇ। ਇਹ ਕੀ ਆ? ਐਸਟੀਮ ਆ। ਠੀਕ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਨਾ ਵਾ? ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਅੱਗੇ ਹੈਗਾ ਵਾ ਲਵ ਐਂਡ ਬਿਲੋਂਗਿੰਗਨੈਸ, ਮਤਲਬ ਕਿ ਜਦੋਂ ਸਾਡੇ ਅੰਦਰ ਕਹਿ ਲਓ ਕਿ ਫਰੈਂਡਸ਼ਿਪ ਕਰਨ ਵਾਲੀਆਂ ਭਾਵਨਾਵਾਂ ਜਿਹੜੀਆਂ ਪੈਦਾ ਹੁੰਦੀਆਂ, ਮਤਲਬ ਕਿ ਏਦਾਂ ਅੰਦਰੋਂ ਫੀਲ ਹੁੰਦਾ ਕਿ ਕੋਈ ਮਤਲਬ ਮੇਰੇ ਨਾਲ ਕੋਈ ਆਪਣਾਪਨ ਜਤਾਵੇ, ਉਹਦੇ ਵਿੱਚ ਫੈਮਿਲੀ ਆ ਸਕਦੀ ਆ, ਸੈਂਸ ਆਫ ਕਨੈਕਸ਼ਨ, ਹਨਾ, ਮਤਲਬ ਸਾਡੇ ਕਹਿ ਲਓ ਵੀ ਅੰਦਰੋਂ ਸਾਡੇ ਜਿਹੜੇ ਸੈਂਸ ਔਰਗਨ ਆ ਉਹਨਾਂ ਦਾ ਕਨੈਕਸ਼ਨ ਜੁੜਨਾ, ਜਿਵੇਂ ਫਰੈਂਡਸ਼ਿਪ, ਲਵ ਵਰਗੀਆਂ, ਪਿਆਰ ਵਰਗੀਆਂ ਚੀਜ਼ਾਂ। ਇਹ ਚੀਜ਼ਾਂ ਸੇਫਟੀ ਨੀਡਸ, ਪਰਸਨਲ ਸਿਕਿਉਰਿਟੀ, ਸੇਫਟੀ ਨੀਡ, ਮਤਲਬ ਜਿੱਥੇ ਜਾ ਕੇ ਹੁਣ ਅਸੀਂ ਬਾਹਰ ਗਏ ਆ, ਟ੍ਰੈਫਿਕ ਤੇ ਆ, ਟ੍ਰੈਫਿਕ ਦੇ ਵਿੱਚ ਆ, ਉੱਥੇ ਅਸੀਂ ਮਤਲਬ ਹਰ ਇੱਕ ਰੂਲਸ ਨੂੰ ਫੋਲੋ ਕਰਦੇ ਆ, ਹਨਾ, ਮਤਲਬ ਆਪਣੇ ਆਪ ਦੀ ਰੱਖਿਆ ਦੇ ਲਈ, ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਆਪਣੀ ਪਰਸਨਲ ਸਿਕਿਉਰਿਟੀ ਦੇ ਲਈ, ਇੰਪਲੋਇਮੈਂਟ, ਰਿਸੋਰਸ, ਹੈਲਥ ਪ੍ਰੋਪਰਲੀ, ਉਹਦੇ ਵਿੱਚ ਸਾਡੀ ਸਿਹਤ ਆ ਜਾਂਦੀ ਵੀ ਅਸੀਂ ਆਪਣੀ ਸਿਹਤ ਨੂੰ, ਆਪਣੀ ਸਿਕਿਉਰਿਟੀ ਲਈ ਜਿਹੜੀਆਂ ਵਾ ਕੋਈ ਚੀਜ਼ਾਂ ਫੋਲੋ ਕਰਦੇ ਆ। ਠੀਕ ਆ। ਇਹ ਸਾਰੀਆਂ ਗੱਲਾਂ ਕੌਣ ਕਹਿ ਰਿਹਾ ਵਾ? ਇਬਰਾਹਿਮ ਮਾਸਲੋ ਕਹਿ ਰਿਹਾ। ਉਸ ਤੋਂ ਬਾਅਦ ਹੈਗਾ ਫਿਜ਼ੀਓਲੋਜੀਕਲ ਨੀਡਸ, ਜਿਹਦੇ ਵਿੱਚ ਹਵਾ, ਪਾਣੀ, ਭੋਜਨ, ਸ਼ੈਲਟਰ, ਸਲੀਪ, ਕਲੋਥਿੰਗ, ਇਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆਉਣਗੀਆਂ? ਫਿਜ਼ੀਓਲੋਜੀਕਲ ਨੀਡਸ ਦੇ ਵਿੱਚ ਆਉਣਗੀਆਂ। ਸੋ ਧਿਆਨ ਦੇ ਵਿੱਚ ਰੱਖਿਓ ਕਿ ਇਬਰਾਹਿਮ ਮਾਸਲੋ ਹਾਇਰਾਰਕੀ ਥਿਊਰੀ ਦੇ ਵਿੱਚ ਕਿਹਦੀ ਗੱਲ ਕਰਦਾ ਵਾ? ਸੈਲਫ ਐਕਚੁਅਲਾਈਜੇਸ਼ਨ ਦੀ ਗੱਲ ਕਰਦਾ ਵਾ, ਜਿੱਥੇ ਸਾਡੇ ਅੰਦਰ ਕੁਝ ਇੱਛਾ ਹੁੰਦੀ, ਕੁਝ ਬਣਨ ਦੀ ਅੰਦਰੂਨੀ ਇੱਛਾ, ਹਨਾ, ਤੇ ਸਾਡੀਆਂ ਐਸਟੀਮ, ਰਿਸਪੈਕਟ, ਗਰਲਸ, ਲਵ ਐਂਡ ਬਿਲੋਂਗਿੰਗ, ਸੇਫਟੀ ਨੀਡਸ, ਇਹ ਸਾਰਾ ਕੁਝ। ਠੀਕ ਆ। ਠੀਕ ਹੈ। ਕਿਹੜੀਆਂ ਦੱਸੀਆਂ? ਸਰੀਰਕ ਲੋੜਾਂ, ਸੁਰੱਖਿਆ ਲੋੜਾਂ, ਪਿਆਰ ਅਤੇ ਆਪਣੇਪਨ ਦੀਆਂ ਲੋੜਾਂ, ਸਨਮਾਨ, ਵੱਡੀਆਂ ਇੱਛਾਵਾਂ ਦੀਆਂ ਲੋੜਾਂ, ਆਤਮ ਸਿੱਧੀ ਦੀਆਂ ਗੱਲਾਂ, ਜਿੱਥੇ ਆਪਾਂ ਸਮਾਜ ਦੇ ਵਿੱਚ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਸਾਰੀਆਂ ਜਿਹੜੇ 5 ਸਟੈਪ ਆ ਹਾਇਰਾਰਕੀ ਥਿਊਰੀ ਦੇ, ਜਰੂਰ ਯਾਦ ਰੱਖਿਓ, ਪੰਜਾਬੀ ਵਿੱਚ ਰੱਖ ਲਓ, ਈਜ਼ੀ ਆ। ਸਰੀਰਕ ਲੋੜਾਂ, ਸੁਰੱਖਿਆ ਲੋੜਾਂ, ਪਿਆਰ ਅਤੇ ਆਪਣੇਪਨ ਦੀਆਂ ਲੋੜਾਂ। ਜਿਹੜਾ ਮੈਂ ਤੁਹਾਨੂੰ ਪਿੱਛੇ ਕਰਵਾਇਆ ਇਹ ਵਾਲਾ ਹਨਾ, ਇਹ ਵਾਲਾ, ਇਹ ਕੀ ਸੀਗਾ? ਇਹ ਇੰਗਲਿਸ਼ ਦੇ ਵਿੱਚ ਸੀਗਾ, ਇਹ ਪੰਜਾਬੀ ਦੇ ਵਿੱਚ ਆ। ਸਰੀਰਕ ਲੋੜਾਂ, ਸੁਰੱਖਿਆ ਲੋੜਾਂ, ਪਿਆਰ ਅਤੇ ਆਪਣੇਪਨ ਦੀਆਂ ਲੋੜਾਂ, ਸਨਮਾਨ, ਵੱਡੀਆਂ ਇੱਛਾਵਾਂ ਦੀਆਂ ਲੋੜਾਂ, ਆਤਮ ਸਿੱਧੀ ਦੀਆਂ ਲੋੜਾਂ। ਉਸ ਤੋਂ ਬਾਅਦ ਅਗਲੀ ਥਿਊਰੀ ਆ ਜਾਂਦੀ, ਕਿਉਂਕਿ ਆਪਾਂ ਮੋਟੀਵੇਸ਼ਨ ਦੇ ਵਿੱਚ 3 ਥਿਊਰੀਆਂ ਦੀ ਗੱਲ ਕੀਤੀ ਸੀ, ਦੂਜੀ ਆ ਜਾਂਦੀ ਆ 14 ਬੇਸਿਕ ਇਨਸਟਿੰਕਟ ਥਿਊਰੀ, ਮਤਲਬ 14 ਮੂਲ ਪ੍ਰਵਿਰਤੀਆਂ ਦਾ ਸਿਧਾਂਤ, ਹਨਾ। ਕਿਹਨੇ ਦਿੱਤਾ? ਵਿਲੀਅਮ ਮੈਕਡੂਗਲ ਨੇ। ਮੈਕਡੂਗਲ ਦੀ ਆ ਇਹ। ਠੀਕ ਆ। ਇਹਦੀਆਂ ਬੁੱਕਸ ਦੇ ਨਾਮ ਜਰੂਰ ਯਾਦ ਰੱਖਿਓ। ਐਨ ਇੰਟਰੋਡਕਸ਼ਨ ਆਫ ਸੋਸ਼ਲ ਸਾਈਕੋਲੋਜੀ, ਐਨ ਆਊਟਲਾਈਨ ਆਫ ਸਾਈਕੋਲੋਜੀ, ਫਿਜ਼ੀਓਲੋਜੀਕਲ ਸਾਈਕੋਲੋਜੀ, ਇਹਦੀਆਂ ਬੁੱਕ ਦੇ ਨਾਮ ਆ, ਯਾਦ ਰੱਖਿਓ। ਇਹਦੀ ਬੁੱਕਸ ਦੇ ਨਾਮ ਦੇ ਪਿੱਛੇ ਸਾਈਕੋਲੋਜੀ ਆਉਂਦਾ ਵਾ। ਠੀਕ ਆ। ਆਊਟਲਾਈਨ, ਫਿਜ਼ੀਓਲੋਜੀਕਲ ਸਾਈਕੋਲੋਜੀ, ਹਨਾ, ਇਹਨਾਂ ਚੀਜ਼ਾਂ ਦੇ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਤੇ ਪਰ ਜਦੋਂ ਅਸੀਂ ਇਬਰਾਹਿਮ ਮਾਸਲੋ ਦੀ ਬੁੱਕਸ ਦੀ ਗੱਲ ਕੀਤੀਆਂ ਸੀ ਤਾਂ ਉਹਦੀ ਬੁੱਕਸ ਦੇ ਵਿੱਚ ਮੋਟੀਵੇਸ਼ਨ ਸ਼ਬਦ ਜਰੂਰ ਆਉਂਦਾ। ਬਸ ਇੱਥੋਂ ਤੁਸੀਂ ਜਿਹੜਾ ਵਾ ਥੋੜੇ ਜਿਹੇ ਫਰਕ ਦੇ ਨਾਲ ਯਾਦ ਰੱਖ ਸਕਦੇ। ਠੀਕ ਆ। ਮੈਕਡੂਗਲ ਅਨੁਸਾਰ ਸੰਵੇਗਾਂ ਦਾ ਸੰਬੰਧ ਮੂਲ ਪ੍ਰਵਿਰਤੀਆਂ ਨਾਲ ਹੈ। ਮੈਕਡੂਗਲ ਨੇ ਸੰਵੇਗੀ ਹੇਠ ਲਿਖੇ 14 ਪ੍ਰਕਾਰ ਦੱਸੇ ਹਨ। ਠੀਕ ਆ। ਸੰਵੇਗ ਕੀ ਹੁੰਦੇ ਆ? ਸਾਡੇ ਇਮੋਸ਼ਨ, ਮਤਲਬ ਉਹਨੇ ਇਮੋਸ਼ਨ ਦੱਸੇ ਆ ਮੂਲ ਪ੍ਰਵਿਰਤੀਆਂ ਦੇ ਵਿੱਚ। ਕਹਿੰਦੇ ਕਿ ਬਚ ਕੇ ਨਿਕਲਣਾ, ਸੰਘਰਸ਼ ਕਰਨਾ, ਲੜਾਈ ਕਰਨੀ, ਦੂਰ ਜਾਣਾ ਜਾਂ ਕਿਸੇ ਨੂੰ ਛੱਡ ਜਾਣਾ, ਸੰਤਾਨ ਦੀ ਕਾਮਨਾ, ਬੇਨਤੀ ਪ੍ਰਾਰਥੀ ਕਰਨਾ, ਕਾਮ ਪ੍ਰਵਿਰਤੀ, ਹਨਾ, ਇਹ ਸਾਰੀਆਂ ਚੀਜ਼ਾਂ, ਡਰ, ਗੁੱਸਾ, ਨਫ਼ਰਤ, ਨਾਜ਼ੁਕ ਭਾਵ, ਤਣਾਅ, ਕਾਮ। ਠੀਕ ਆ। ਹੁਣ ਨਾ ਇੱਥੇ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਵਾ ਕਿ ਬੱਚੇ ਦੇ ਵਿੱਚ ਕਿਹੜੇ ਇਮੋਸ਼ਨ ਹੁੰਦੇ ਆ? ਡਰ, ਗੁੱਸਾ ਤੇ ਪਿਆਰ, ਇਹ 3 ਚੀਜ਼ਾਂ ਜਿਹੜੀਆਂ ਬੱਚੇ ਦੇ ਵਿੱਚ ਹੁੰਦੀਆਂ, ਜਰੂਰ ਯਾਦ ਰੱਖਿਓ। ਵੱਡੇ ਬੱਚੇ ਦੇ ਵਿੱਚ ਆ ਨਹੀਂ ਹੋਊਗਾ ਬਚ ਨਿਕਲਣਾ, ਸੰਘਰਸ਼, ਲੜਾਈ। ਛੋਟੇ ਬੱਚੇ ਦੇ ਵਿੱਚ ਇਹ ਨਹੀਂ ਹੋਊਗਾ ਬਚ ਨਿਕਲਣਾ, ਸੰਘਰਸ਼, ਲੜਾਈ, ਦੂਰ ਜਾਣਾ, ਛੱਡ ਜਾਣਾ, ਸੰਤਾਨ ਦੀ ਕਾਮਨਾ, ਬੇਨਤੀ ਪ੍ਰਾਰਥੀ, ਕਾਮ ਪ੍ਰਵਿਰਤੀ। ਇਹ ਆਉਂਦੀਆਂ ਵਾ ਜਦੋਂ ਅਸੀਂ ਮਤਲਬ ਕਿ ਬੱਚਾ, ਜਦੋਂ ਸਾਡੀ ਉਮਰ ਵੱਡੀ ਹੋ ਜਾਂਦੀ ਆ ਉਦੋਂ ਜਾ ਕੇ ਇਹੋ ਜਿਹੀਆਂ ਪ੍ਰਵਿਰਤੀਆਂ ਆਉਂਦੀਆਂ ਵਾ। ਇਹਨਾਂ ਪ੍ਰਵਿਰਤੀਆਂ ਦੀ ਗੱਲ ਕਰਦਾ ਵਾ ਮੈਕਡੂਗਲ। ਠੀਕ ਆ। ਡਰ, ਗੁੱਸਾ, ਨਫ਼ਰਤ, ਨਾਜ਼ੁਕ ਭਾਵ, ਤਣਾਅ, ਕਾਮ, ਇਹ ਕੀ ਨੇ? ਇਹ ਸਾਡੇ ਇਮੋਸ਼ਨ ਨੇ। ਠੀਕ ਆ। ਇਮੋਸ਼ਨ ਦੇ ਵਿੱਚ ਇੱਥੇ ਨਾ ਇਹਨਾਂ ਨੇ ਮਤਲਬ ਪਿਆਰ ਸ਼ਬਦ ਨਹੀਂ ਲਿਖਿਆ, ਪਿਆਰ ਵੀ ਇਮੋਸ਼ਨ ਦੇ ਵਿੱਚ ਆਉਂਦਾ ਵਾ। ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਲਿਓ।
मैं ऐड कर लियो तुसीं इत्थे, ठीक है, जां वैसे याद रख लियो। ਇਹ ਸਾਡੀਆਂ ਮੂਲ ਪ੍ਰਵਿਰਤੀਆਂ ਵਾ, ਠੀਕ ਆ। ਤੇ ਸੰਵੇਗ ਕੀ ਆ, ਇਹ ਸਾਡੇ ਇਮੋਸ਼ਨ ਨੇ, ਠੀਕ ਹੈ। ਉਸ ਤੋਂ ਬਾਅਦ ਡਰਾਈਵ ਰਿਡਕਸ਼ਨ ਥਿਊਰੀ ਆ ਜਾਂਦੀ। ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ 3 ਥਿਊਰੀਆਂ ਦੀ ਗੱਲ ਕਰਨੀ ਆ। ਡਰਾਈਵ ਰਿਡਕਸ਼ਨ ਥਿਊਰੀ ਦੇ ਵਿੱਚ ਚਾਲਕਤਾ ਦੀ ਕਮੀ ਦਾ ਸਿਧਾਂਤ ਆ ਜਾਂਦਾ ਵਾ, ਬਾਏ ਕਲਾਰਕ ਲਿਓਨਰਡ ਹਲ। ਕਲਾਰਕ ਹਲ ਮਤਲਬ ਲਿਓਨਰਡ ਘੱਟ ਹੀ ਬੋਲਦੇ, ਆਪਾਂ ਕਲਾਰਕ ਹਲ ਦੀ ਕਹਿ ਦਿੰਦੇ। ਕਲਾਰਕ ਹਲ ਦੀ ਡਰਾਈਵ ਰਿਡਕਸ਼ਨ ਥਿਊਰੀ ਆ। ਮੈਕਡੁਗਲ ਦੀ ਬੇਸਿਕ ਇਨਸਟੈਂਕਟ ਥਿਊਰੀ ਆ, ਜਿਹਦੇ ਵਿੱਚ 14 ਮੂਲ ਪ੍ਰਵਿਰਤੀਆਂ ਦਾ ਸਿਧਾਂਤ ਕਹਿੰਦਾ ਵਾ। ਡਰਾਈਵ ਰਿਡਕਸ਼ਨ ਥਿਊਰੀ ਕਲਾਰਕ ਹਲ ਦੀ ਆ। ਹਾਇਰਾਰਕੀ ਥਿਊਰੀ ਜਿਹੜੀ ਆ ਉਹ ਵਿਲੀਅਮ ਮਾਸਲੋ ਦੀ ਆ, ਠੀਕ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਹੁਣ ਆਪਾਂ ਕਰਦੇ ਹਾਂ ਕਿ ਡਰਾਈਵ ਰਿਡਕਸ਼ਨ ਦੇ ਵਿੱਚ ਜਿਹੜਾ ਆਪਣਾ ਕਲਾਰਕ ਹੱਲ ਆ, ਇਹ ਆਪਣੀਆਂ ਕਿਹੜੀਆਂ ਕਿਤਾਬਾਂ ਦਿੰਦਾ ਵਾ। ਪ੍ਰਿੰਸੀਪਲ ਆਫ ਬਿਹੇਵੀਅਰ ਇਹਦੀ ਕਿਤਾਬ ਆ ਬਿਹੇਵੀਅਰ ਸਿਸਟਮ। ਇਹ ਬਿਹੇਵੀਅਰ, ਜਦੋਂ ਕਲਾਰਕ ਹੱਲ ਦੀ ਗੱਲ ਆ ਜੇ, ਇਹਦੀਆਂ ਕਿਤਾਬਾਂ ਦੇ ਵਿੱਚ ਬਿਹੇਵੀਅਰ ਸ਼ਬਦ ਆਉਂਦਾ ਵਾ। ਜਦੋਂ ਵਿਲੀਅਮ ਮੈਕਡੁਗਲ ਦੀ ਗੱਲ ਆ ਜੇ ਤੇ ਉਹਦੀਆਂ ਕਿਤਾਬਾਂ ਦੇ ਵਿੱਚ ਸਾਈਕੋਲੋਜੀ ਸ਼ਬਦ ਜ਼ਿਆਦਾ ਆਉਂਦਾ ਵਾ। ਜਦੋਂ ਵਿਲੀਅਮ ਆਪਣੇ ਆ ਜੇ, ਕੀ ਸੀਗਾ ਦਾ ਨਾਮ, ਹਾਇਰਾਰਕੀ ਥਿਊਰੀ ਦੀ ਜਦੋਂ ਗੱਲ ਆ ਜੇ, ਉਹਦੇ ਵਿੱਚ ਜਿਹੜਾ ਆਪਣਾ ਹੈਗਾ ਨਾ, ਆਹ ਕੀ ਨਾਮ ਹੈ ਦਾ, ਹਾਂ ਅਬਰਾਹਿਮ ਮਾਸਲੋ, ਨਾਮ ਭੁੱਲ ਗਈ ਮੈਂ, ਅਬਰਾਹਿਮ ਮਾਸਲੋ। ਉਹਦੀਆਂ ਬੁੱਕਸ ਦੇ ਵਿੱਚ ਮੋਟੀਵੇਸ਼ਨ ਸ਼ਬਦ ਆਉਂਦਾ ਵਾ, ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਸਾਡਾ ਅੱਗੇ ਆ ਜਾਂਦਾ ਵਾ, ਹੱਲ ਨੇ ਸੁਝਾਅ ਦਿੱਤਾ ਕਿ ਜੀਵ ਵਿਗਿਆਨਕ ਜ਼ਰੂਰਤਾਂ ਦੇ ਨਤੀਜੇ ਵਜੋਂ ਸਾਰੀਆਂ ਪ੍ਰੇਰਨਾਵਾਂ ਉੱਠਦੀਆਂ ਹਨ। ਜੀਵ ਵਿਗਿਆਨ ਕੀ ਆ? ਜੀਵ ਵਿਗਿਆਨ ਮਤਲਬ ਮਾਨਵਤਾ, ਮਾਨਵਤਾ ਦੀ ਗੱਲ ਕਰਦਾ ਆ। ਹੱਲ ਦਾ ਮੰਨਣਾ ਸੀ ਕਿ ਵਿਵਹਾਰ ਇੱਕ ਅਜਿਹਾ ਤਰੀਕਾ ਜੋ ਕਿਸੇ ਜੀਵ ਦੇ ਸੰਤੁਲਨ ਨੂੰ ਬਣਾਈ ਰੱਖਦਾ ਹੈ। ਮਤਲਬ ਕਿ ਇਹ ਕੀ ਕਹਿੰਦਾ, ਕਹਿੰਦਾ ਵਿਵਹਾਰ ਬਿਹੇਵੀਅਰ, ਇਹ ਕਹਿੰਦਾ ਕਿ ਮਨੁੱਖ ਦਾ ਜਿਹੜਾ ਬਿਹੇਵੀਅਰ ਆ ਉਹੋ ਹੀ ਉਹਨੂੰ ਮੋਟੀਵੇਟ ਕਰਦਾ। ਇਹ ਚੀਜ਼ ਕਹਿੰਦਾ ਵਾ, ਕਹਿੰਦਾ ਉਹਨੂੰ ਬੈਲੈਂਸ, ਜੀਵ ਨੂੰ ਇੱਕ ਬੈਲੈਂਸ ਦੇ ਵਿੱਚ ਬਣਾਈ ਰੱਖਦਾ ਵਾ ਉਹਦਾ ਬਿਹੇਵੀਅਰ, ਤੇ ਇਹੋ ਹੀ ਮੋਟੀਵੇਸ਼ਨ ਆ, ਇਹ ਕਹਿੰਦਾ ਹੈ, ਠੀਕ ਆ। ਇਹਦਾ ਜਿਹੜਾ ਮੋਟੀਵੇਸ਼ਨਲ ਸਾਈਕਲ ਸੀਗਾ ਕਿਹਦਾ, ਆਪਣਾ ਕਲਾਰਕ ਹੱਲ ਦਾ, ਕਹਿੰਦਾ ਹੋਮਿਓਸਟੈਟਿਸਟ ਸਟੇਟ ਬਾਇਓਲੋਜੀਕਲ ਇਕੁਇਲਿਬ੍ਰੇਸ਼ਨ। ਮਤਲਬ ਇਹਦੇ ਵਿੱਚ ਕੀ ਕਹਿੰਦਾ ਵਾ ਕਿ ਜਦੋਂ ਸਮਾਜ ਦੇ ਵਿੱਚ ਆਪਾਂ ਜਿਹੜਾ ਵਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਬਾਇਓਲੋਜੀਕਲ ਨੀਡਸ ਮਤਲਬ ਸਾਡੀਆਂ ਫਿਜ਼ੀਕਲ ਨੀਡਸ, ਹੰਗਰ, ਭੁੱਖ ਲੱਗਣਾ, ਪਿਆਸ ਲੱਗਣੀ, ਭੁੱਖ ਲੱਗੂ, ਭੁੱਖ ਤੇ ਪਿਆਸ ਕੀ ਕਰੂਗੀ, ਡਰਾਈਵ ਕਰੂਗੀ, ਡਰਾਈਵ ਕਰੂਗੀ। ਡਰਾਈਵ ਮਤਲਬ ਚਾਲਕ। ਹੁਣ ਵੇਖੋ ਕਿ ਸਾਡੀ ਬਾਇਓਲੋਜੀਕਲ ਨੀਡ ਕਿਹੜੀ ਆ, ਹੰਗਰ ਆ, ਸਾਨੂੰ ਪਤਾ ਭੁੱਖ ਪਿਆਸ ਸਾਡੀ ਬਾਇਓਲੋਜੀਕਲ ਨੀਡ ਆ, ਸਰੀਰਕ ਨੀਡ ਆ। ਪਰ ਜਦ ਤੱਕ ਸਾਨੂੰ ਭੁੱਖ ਲੱਗੂਗੀ ਨਹੀਂ, ਜਦ ਤੱਕ ਸਾਨੂੰ ਪਿਆਸ ਨਹੀਂ ਲੱਗੂਗੀ, ਅਸੀਂ ਤਦ ਤੱਕ ਖਾਣਾ ਨਹੀਂ ਖਾਵਾਂਗੇ, ਤਦ ਤੱਕ ਅਸੀਂ ਪਾਣੀ ਨਹੀਂ ਪੀਵਾਂਗੇ। ਤੇ ਇਹ ਚੀਜ਼ ਕੀ ਕਰਦੇ, ਜਦੋਂ ਸਾਨੂੰ ਭੁੱਖ ਲੱਗਦੀ ਆ, ਹੰਗਰ, ਥਰਸਟ ਲਿਖਣਾ ਹੀ, ਸੌਰੀ ਸਪੈਲਿੰਗ ਗਲਤ ਹੋ ਗਏ, ਸੌਰੀ, ਠੀਕ ਹੈ। ਉਹ ਸਾਨੂੰ ਚੀਜ਼ਾਂ ਕੀ ਕਰਦੀਆਂ ਨੇ, ਡਰਾਈਵ ਕਰਦੀਆਂ ਨੇ, ਠੀਕ ਹੈ। ਇਹ ਇੰਟਰਨਲ ਸਟੇਟ ਇੰਟੈਂਸ਼ਨ ਆ, ਠੀਕ ਆ। ਉਸ ਤੋਂ ਬਾਅਦ ਆਰਗੇਨਾਈਜੇਸ਼ਨ ਮੋਟੀਵੇਟਡ ਆ ਟੂ ਸੈਟਿਸਫਾਈ ਡਰਾਈਵ, ਮਤਲਬ ਕਿ ਜਿੰਨੀ ਕੁ ਸਾਨੂੰ ਭੁੱਖ ਆ ਓਨਾ ਕੁ ਅਸੀਂ ਖਾਣਾ ਖਾ ਲਿਆ, ਜਿੰਨੀ ਕੁ ਸਾਨੂੰ ਪਿਆਸ ਆ ਓਨਾ ਕੁ ਅਸੀਂ ਪਾਣੀ ਪੀ ਲਿਆ, ਜਿਹਦੇ ਨਾਲ ਅਸੀਂ ਸੈਟਿਸਫਾਈਡ ਹੋ ਗਏ। ਮਤਲਬ ਉਹ ਜਿਹੜੀ ਡਰਾਈਵ ਆ ਸਾਨੂੰ ਸੈਟਿਸਫਾਈ ਕਰਦੀ ਆ, ਠੀਕ ਆ। ਉਸ ਤੋਂ ਬਾਅਦ ਗੋਲ ਡਾਇਰੈਕਟਡ ਬੀ ਐਕਸ਼ਨ ਟੇਕਨ, ਮਤਲਬ ਇਹ ਕਿ ਜਦੋਂ ਅਸੀਂ ਸੈਟਿਸਫਾਈਡ ਹੋ ਗਏ ਫਿਰ ਅਸੀਂ ਆਪਣਾ ਗੋਲ ਉਦੇਸ਼ ਜਿਹੜਾ ਵਾ ਨਿਰਧਾਰਿਤ ਕਰਦੇ ਆ, ਠੀਕ ਆ। ਉਸ ਤੋਂ ਬਾਅਦ ਜਦੋਂ ਸਾਡਾ ਗੋਲ ਨਿਰਧਾਰਿਤ ਕਰ ਲਿਆ, ਨੀਡ ਸੈਟਿਸਫਾਈਡ, ਹੰਗਰ, ਥਰਸਟ ਰਿਲਾਈਵਡ, ਠੀਕ ਆ, ਰਿਲੀਵਡ। ਵੇਖੋ ਉਸ ਤੋਂ ਬਾਅਦ ਕੀ ਹੋਊਗਾ, ਸਾਡੀ ਜਿਹੜੀ ਲੋੜ ਆ ਉਹ ਪੂਰੀ ਹੋ ਜਾਊਗੀ, ਠੀਕ ਆ। ਮਤਲਬ ਚਾਹੇ ਭੁੱਖ ਦੀ ਚਾਹੇ ਪਿਆਸ ਦੀ, ਇੱਥੇ ਜਾ ਕੇ ਸਾਡੀ ਲੋੜ ਜਿਹੜੀ ਪੂਰੀ ਹੋ ਜਾਊਗੀ। ਯਾਦ ਰੱਖਿਓ ਇਹ ਜਿਹੜੇ ਨੇ ਕਿਹਦੇ ਨੇ, ਕਲਾਰਕ ਹੱਲ ਦਾ ਮੋਟੀਵੇਸ਼ਨਲ ਸਾਈਕਲ, ਠੀਕ ਆ। ਇਹ ਸੀ ਸਾਡੀ ਮੋਟੀਵੇਸ਼ਨ, ਬਹੁਤ ਹੀ ਬਰੀਕੀ ਦੇ ਨਾਲ ਮੈਂ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਬਸ ਤੁਸੀਂ ਜਿਹੜੀਆਂ ਮੋਟੀਵੇਸ਼ਨ ਦੀਆਂ 3 ਥਿਊਰੀ ਆ ਇਹਨਾਂ ਨੂੰ ਜ਼ਰੂਰ ਯਾਦ ਰੱਖਣਾ। ਕਲਾਰਕ ਹੱਲ ਦੀ, ਕਲਾਰਕ ਹੁਣ ਨਾ ਰਿਵੀਜ਼ਨ ਕਰ ਲਈਏ ਥੋੜੀ ਜੀ। ਜਦੋਂ ਕਲਾਰਕ ਹੱਲ ਦੀ ਮੋਟੀਵੇਸ਼ਨ ਦੀ ਗੱਲ ਆ ਜੇ, ਕਲਾਰਕ ਹੱਲ ਆਪਣੀ ਮੋਟੀਵੇਸ਼ਨ ਦੀ ਗੱਲ ਬਿਹੇਵੀਅਰ ਦੇ ਨਾਲ ਕਰਦਾ, ਪਰ ਜਦੋਂ ਵਿਲੀਅਮ ਮੈਕਡੁਗਲ ਦੀ ਗੱਲ ਆ ਜੇ, ਇਹ 14 ਮੂਲ ਪ੍ਰਵਿਰਤੀਆਂ ਦਿੰਦਾ, ਡਰ, ਗੁੱਸਾ, ਨਫ਼ਰਤ, ਨਾਜ਼ੁਕ ਭਾਵ, ਤਣਾਅ, ਕਾਮ। ਇਹ ਕਹਿੰਦਾ ਸਾਡੇ ਇਮੋਸ਼ਨ ਆ। ਇਹ ਕਹਿੰਦਾ ਬਚ ਕੇ ਨਿਕਲਣਾ, ਸੰਘਰਸ਼, ਦੂਰ ਜਾਣਾ, ਛੱਡ ਜਾਣਾ, ਸੰਤਾਨ ਦੀ ਕਾਮਨਾ, ਬੇਨਤੀ, ਇਹ ਸਾਰੀਆਂ ਚੀਜ਼ਾਂ ਮੂਲ ਪ੍ਰਵਿਰਤੀਆਂ ਵਾ। ਉਸ ਤੋਂ ਬਾਅਦ ਜਿਹੜਾ ਆਪਣਾ ਹੈਗਾ ਅਬਰਾਹਿਮ ਮਾਸਲੋ, ਇਹ ਕਹਿੰਦਾ ਸੈਲਫ ਐਕਚੁਅਲਾਈਜੇਸ਼ਨ, ਡਿਜ਼ਾਇਰ ਸਾਡੀਆਂ ਇੱਛਾਵਾਂ, ਹਨਾ, ਸਾਡੀ ਸੈਟਿਸਫਾਈ ਨੀਡਸ, ਐਸਟੀਮ, ਫਿਜ਼ੀਓਲੋਜੀਕਲ ਨੀਡਸ, ਇਹ ਇਹਦੇ ਬਾਰੇ ਜਿਹੜਾ ਵਾ ਗੱਲ ਕਰਦਾ ਵਾ। ਹੋਪ ਆ
ਕਿ ਤੁਹਾਨੂੰ ਵਧੀਆ ਸਮਝ ਆ ਗਈ ਹੋਊਗੀ। ਮੈਂ ਬਹੁਤ ਹੀ ਬਰੀਕੀ ਦੇ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਸੋ ਕਲਾਸ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ, ਲਾਈਕ ਵੀ ਕਰਨਾ, ਕਮੈਂਟ ਕਰਕੇ ਦੱਸਣਾ ਕਲਾਸ ਕਿੱਦਾਂ ਦੀ ਲੱਗੀ। ਤੇ ਇੱਕ ਮੇਰਾ ਟੈਲੀਗ੍ਰਾਮ ਚੈਨਲ ਤੁਸੀਂ ਜ਼ਰੂਰ ਜੁਆਇਨ ਕਰਨਾ, ਕਿਉਂਕਿ CDP ਦਾ ਜੋ ਵੀ ਮੈਂ ਆਪਣੇ ਪਰਸਨਲ ਨੋਟਸ ਤੋਂ ਮੈਂ ਤੁਹਾਨੂੰ ਜੋ ਵੀ ਕਰਵਾ ਰਹੀ ਹਾਂ CDP ਦਾ, ਇਹਦੀ PDF ਮੈਂ ਪ੍ਰੋਵਾਈਡ ਕਰਦੀ ਹਾਂ ਕਲਾਸ ਬਾਏ ਕਲਾਸ, ਠੀਕ ਆ। ਸੋ ਜੋ ਅੱਜ ਕੀਤਾ ਇਹਦੀ ਵੀ PDF ਜਿਹੜੀ ਆ ਟੈਲੀਗ੍ਰਾਮ ਤੇ ਸੈਂਡ ਹੋਣੀ ਆ, ਤਾਂ ਜਲਦੀ ਤੋਂ ਜਲਦੀ ਤੁਸੀਂ ਟੈਲੀਗ੍ਰਾਮ ਵੀ ਜੁਆਇਨ ਕਰ ਲੈਣਾ ਵਾ। ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਮੇਰੇ ਇਸੇ ਹੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਸੋ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।